अब सारा स्क्रीन सही विजिबल है। लो ਆਪਾਂ ਸਟਾਰਟ ਕਰਦੇ ਹਾਂ ਬਾਰਟਲੈਸ ਕਰੰਟ ਤੋਂ। ਕੱਲ ਆਪਾਂ ਸਟੱਡੀ ਕੀਤਾ ਸੀ ਪਾਵਰ ਬਾਰੇ। ਪਾਵਰ ਦੇ ਵਿੱਚ ਆਪਾਂ ਕੀ ਸਟੱਡੀ ਕੀਤਾ? ਵੀ ਅਸੀਂ ਇਹ ਚੀਜ਼ ਸਿੱਖ ਲਈ ਜਿਹੜਾ ਪਾਵਰ ਸੀ ਉਹ ਕਿਹਦੇ ਕੋਲ ਆਈ ਸੀ? ਧਿਆਨ ਚੋ ਤੁਹਾਡੇ ਪਾਵਰ ਆਪਾਂ ਪੜ੍ਹੀ ਸੀ AB IV ਇਹ ਰੂਟ ਮੀਨ ਸਕੁਅਰ ਕਰੰਟ ਸੀ ਆਪਣੇ ਕੋਲੇ ਤੇ ਇਹਦੇ ਨਾਲ ਕੀ ਆਇਆ ਸੀ ਆਪਣੇ ਕੋਲੇ cos phi। phi ਕੀ ਸੀ ਕੋਈ ਦੱਸ ਸਕਦਾ ਮੈਨੂੰ? what is phi? phi की चीज है? चलो भी देखो इतने ਤੁਹਾਡੇ ਕੋਲ ਕੀ ਹੈਗਾ ਆਪਣੇ ਕੋਲ ਨਾ ਜਿਹੜਾ phi ਸੀ ਫੇਜ਼ ਸੀਗਾ ਜਿਹੜਾ ਠੀਕ ਹੈ ਪ੍ਰਦੀਪ ਸਹੀ ਹੈ ਫੇਜ਼ ਡਿਫਰੈਂਸ ਕਿੰਨਾ ਹੈਗਾ ਕਿਹਦੇ ਵਿਚਕਾਰ I ਤੇ E ਦੇ ਵਿੱਚ ਇਹ ਮੰਨ ਕੇ ਚੱਲੋ ਤੁਹਾਡੇ ਕੋਲ ਕੀ ਹੈ ਵੀ IB ਤੇ ਇਹ ਕੀ ਹੈ ਤੁਹਾਡੇ ਕੋਲ IE ਇਹ पोटेंशियल आ गया ਤੇ ਇਹ ਆਪਣੇ ਕੋਲ ਕੀ ਆ ਗਈ EMF। ਹੁਣ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹ ਆਪਾਂ ਕਿੰਨਾ ਮੰਨ ਕੇ ਚੱਲਦੇ ਹਾਂ ਇੱਥੇ ਵੀ ਉਹ 90 ਹੈ। ਜੋ ਤੁਹਾਡੇ ਕੋਲੇ ਫੇਜ਼ ਦੋਨਾਂ ਦੇ ਵਿਚਕਾਰ ਕਿੰਨਾ ਆ ਜਾਂਦਾ ਹੈਗਾ 90 डिग्री ਕਿਹਦੇ ਵਿਚਕਾਰ ਕਰੰਟ ਤੇ EMF ਤੇ ਯਾਨੀ ਕਿ ਪੋਟੈਂਸ਼ੀਅਲ ਦੇ ਵਿਚਕਾਰ। ਤਾਂ ਤੁਸੀਂ ਇਹ ਕਰੋ ਪਾਵਰ ਦੇਖੋ ਵੀ ਕਿੰਨੀ ਹੋਊਗੀ EB IB ਇੱਥੇ ਕੀ ਭਰਾਂਗੇ ਆਪਾਂ cos 90 cos 90 ਦੀ ਵੈਲਿਊ ਆਪਾਂ ਨੂੰ ਸਭ ਨੂੰ ਪਤਾ ਵੀ ਕੀ ਹੁੰਦੀ ਹੈ cos 90 ਹੁੰਦਾ 0। ਤਾਂ ਸਾਡੇ ਕੋਲ ਇੱਥੇ ਜਿਹੜੀ ਪਾਵਰ ਹੈ ਉਹ ਕਿੰਨੀ ਬਣ ਜਾਣੀ ਹੈ EB IB into 0 यानी कि पावर ही खत्म हो जाओ। ਹੁਣ ਤੁਸੀਂ ਦੇਖੋ ਪਾਵਰ ਦਾ ਯੂਨਿਟ ਕੀ ਹੁੰਦਾ ਹੈਗਾ ਵਾਟ। ਹੁਣ ਪਾਵਰ ਹੀ ਨਾ ਰਹੀ ਤਾਂ ਫਿਰ ਅਸੀਂ ਇਹੋ ਜਿਹੇ ਕਰੰਟ ਨੂੰ ਕੀ ਬੋਲਾਂਗੇ ਵਾਟ ਲੈਸ। मीनिंग क्लियर हो गया भी वाट ਲੈਸ करंट ਕਿਹੜਾ करंट होगा ਜਿਹੜੇ करंट ਦੀ ਜਿਹੜੀ ਪਾਵਰ ਹੈ ਉਹ ਕੀ ਹੋਗੀ 0। ਤਾਂ ਇਸੇ ਤੁਸੀਂ ਸਿੰਪਲੀ ਲਿਖ ਦੋਗੇ ਵੀ ਆ करंट whose power ਕੀ ਕਹਾਂਗੇ ਆਪਾਂ is 0। ਜਿਹੜੇ करंट ਦੀ ਪਾਵਰ 0 ਆ ਗਈ ਉਹ ਆਪਣੇ ਵਾਸਤੇ ਕੀ ਬਣ ਜਾਊਗਾ ਵਾਟਲੈਸ करंट। ਦੇਖੋ ਵੀ ਸਾਰਿਆਂ ਨੂੰ ਕਲੀਅਰ ਹੈ ਵਾਟਲੈਸ करंट ਕਿਹੜਾ ਹੈ ਵੀ ਜਿਹਦੇ ਵਿੱਚ ਪਾਵਰ ਕੀ ਹੋਵੇ 0। चलो नैक्सट स्लाइड पे चलते हैं। वाटलैस करंट हो गया भी अपना जिथे तुसीं दो चीज़ां याद कर लियां एक तो ये कि अपने कोल जिहड़ा फेज वाटलैस करंट दे विच कितना रहना चाहिए 90 होना जरूरी है। तो दूसरी चीज़ आप ये सीख ली
कि इस करंट की जी पावर है वो हमेशा की रहूगी, 0 रहूगी। नैक्सट है अपने को हुण आप स्टडी करना भी अगला पार्ट डिसप्लेसमेंट करंट भी किहड़ा करंट हुंदा है। इसलिए तुहानूं थोड़ा जिहा पिछे जिहड़ा आपां लास्ट पढ़ चुके ਉਹਦੇ ਵੱਲ पहुंचना पऊगा। ਤੁਸੀਂ ਪਿੱਛੇ पढ़िया सी ना एम्पीयर सर्किट वाला ये एप्लीकेबल सी कदों जो ਤੁਹਾਡਾ इलैक्ट्रिक फील्ड है वो की भी की होवे नॉट वेरी मतलब बदले ना चेंज ना होवे उस टाइम ते ਤੁਹਾਡੇ ਕੋਲੇ एम्पीयर ਜਿਹੜਾ सर्किट वाला है वो की रहिंदा गा एप्लीकेबल रहिंदा गा पर ये फेल हो जाता है ਜਿਹੜਾ एम्पीयर सर्किट वाला कदों भी जो अपना पोटेंशियल की होंदा रहता है सॉरी इलैक्ट्रिक फील्ड है वो की होंदा रहे चेंज जे तुहाडे कोल इलैक्ट्रिक फील्ड चेंज हो गया तो नाल दी नाल ये एम्पीयर सर्किट वाला की हो जाऊगा फेल हो जाऊगा। या तुहानूं क्वेश्चन ही आ जाए भी एम्पीयर सर्किट वाला कदों एप्लीकेबल है तो तुसीं कहोगे जो फील्ड है वो वेरी ना करे। दूजी चीज़ ये फेल होने का कारण की है भी जो जो साडा इलैक्ट्रिक फील्ड है बार बार की रहिंदा गा चेंज होंदा रहिंदा गा तां भी साडे कोल की प्रॉब्लम आ जाती हैगी फेल हो जाता भी। हुण मेन ये है भी इहनूं एप्लीकेबल किवें बनाईए असीं किस टाइम ते हुण असीं इहनूं बनाउणा चाहुंदे हां भी एप्लीकेबल भी इहनूं असीं अप्लाई कर सकीए किस टाइम ते ਜਦੋਂ ਸਾਡਾ ਇਲੈਕਟ੍ਰਿਕ ਫੀਲਡ ਹੈ ਉਹ ਕੀ ਹੁੰਦਾ ਰਹੇ ਚੇਂਜ। ਤਾਂ ਇਹਦਾ ਇੱਕੋ ਹੀ ਹੱਲ ਹੈ ਕਿ ਵੀ ਸਾਨੂੰ ਬਾਹਰੋਂ ਇੱਕ ਡਿਸਪਲੇਸਮੈਂਟ ਜਿਹੜਾ ਕਰੰਟ ਉਹ ਪ੍ਰੋਵਾਈਡ ਕਰਨਾ ਪਊਗਾ ਯਾਨੀ ਕਿ ਬਾਹਰੋਂ ਜਿਹੜਾ ਤੁਸੀਂ ਕਰੰਟ ਸਪਲਾਈ ਕਰੋਗੇ ਨਾ ਤਾਂ ਕਿ ਕੀ ਹੋ ਸਕੇ ਐਂਪੀਅਰ ਸਰਕਟ ਵਾਲਾ ਜਿਹੜਾ ਕਿਸੇ ਚੀਜ਼ ਨੂੰ ਆਪਾਂ ਚਲਾ ਰਹੇ ਹਾਂ ਉਹਦੇ ਵਿੱਚ ਉਹ ਐਪਲੀਕੇਬਲ ਰਵੇ। ਤਾਂ ਅਸੀਂ ਉੱਥੇ ਕੀ ਕਰਾਂਗੇ ਜਿਵੇਂ ਅਸੀਂ ਇੱਕ ਡਿਵਾਈਸ ਨਹੀਂ ਲਾਉਂਦੇ ਕਪੈਸੀਟਰ ਇਹ ਕਰਦਾ ਕੀ ਰਹਿੰਦਾ ਹੈਗਾ ਕਪੈਸੀਟਰ ਇੱਕ ਸਾਡੇ ਫੈਨ ਨੂੰ ਡਿਸਪਲੇਸਮੈਂਟ ਕਰੰਟ ਜਿਹੜਾ ਉਹ ਟਾਈਮ ਦੇ ਹਿਸਾਬ ਨਾਲ ਕੀ ਹੈ ਪ੍ਰੋਵਾਈਡ ਕਰਦਾ ਰਹਿੰਦਾ ਹੈ। ਜੇ ਫਿਰ ਪ੍ਰੋਵਾਈਡ ਕਰਦਾ ਰਹੂਗਾ ਤਾਂ ਇਹਦੇ ਨਾਲ ਫਾਇਦਾ ਕੀ ਹੋਊ ਆਪਣਾ ਵੀ ਜਿਹੜਾ ਸਾਡਾ ਐਂਪੀਅਰ ਸਰਕਟ ਵਾਲਾ ਫੇਲ ਹੋ ਰਿਹਾ ਸੀ ਕਿਉਂਕਿ ਸਾਨੂੰ ਪਤਾ ਵੀ ਸਾਡੇ ਘਰ ਜਿਹੜਾ ਕਰੰਟ ਆਉਂਦਾ ਹੈ ਉਹ ਫਲਕਚੁਏਟ ਕਰਦਾ ਹੈਗਾ ਫਿਕਸ ਨਹੀਂ ਆਉਂਦਾ ਵਾਧਾ ਘਟਦਾ ਰਹਿੰਦਾ ਜਿਹਦੇ ਕਰਕੇ ਫਿਰ ਕਪੈਸੀਟਰ ਕੀ ਕਰਦਾ ਹੈ ਉਹਨੂੰ ਨਾਲ ਦੀ ਨਾਲ ਡਿਸਪਲੇਸਮੈਂਟ ਕਰੰਟ ਜਿਹੜਾ ਉਹ ਪ੍ਰੋਵਾਈਡ ਕਰਦਾ ਰਹਿੰਦਾ ਹੈਗਾ ਜਿਹਦੇ ਕਾਰਨ ਕੀ ਹੈ ਪ੍ਰੋਬਲਮ ਨਹੀਂ ਆਉਂਦੀ ਤੇ ਆਪਣਾ ਜਿਹੜਾ ਡਿਵਾਈਸ ਹੈ ਜੋ ਵੀ ਉਹ ਬੜੇ ਵਧੀਆ ਤਰੀਕੇ ਨਾਲ ਕੀ ਵਰਕੇਬਲ ਰਹਿੰਦਾ ਹੈਗਾ। ਇੱਥੋਂ ਤੱਕ ਜੇ ਕਿਸੇ ਨੂੰ ਡਾਊਟ ਹੈ ਤਾਂ ਮੈਨੂੰ ਕੋਈ ਪੁੱਛੋ। डिसप्लेसमेंट करंट स्टडी कर लिया ਆਪਾਂ ਇੱਕ ਵਾਟਲੈਸ ਕਰੰਟ ਨਹੀਂ ਫਿਰ ਆਪਾਂ ਨੈਕਸਟ ਲੌਂਗ ਟਰਾਂਸਮਿਸ਼ਨ ਦੇ ਵਿੱਚ ਇੱਕ ਟਰਾਂਸਫਾਰਮਰ ਦੀ ਕੀ ਜ਼ਰੂਰਤ ਪੈਂਦੀ ਹੈ ਆਪਾਂ ਨੂੰ ਇਹ ਆਪਾਂ ਸਟੱਡੀ ਕਰਨਾ। हम सी टाइप कर दो जे सारा कुछ क्लियर है तो डिसप्लेसमेंट करंट पता लगे सबनों भी की है वो करंट ਜਿਹੜਾ ਅਸੀਂ ਪ੍ਰੋਵਾਈਡ ਕਰਾਂਗੇ। ठीक है भी जसप्रीत ਕਰਨ ओके भी ठीक है सारे क्लियर है पूछ लिया करो जो कोई डाउट होंगे विचकार। ठीक है भी जशन प्रदीप चलो भी आप नैक्सट जी स्लाइड वाल बढ़ते हैं। इस तो बाद है अपने को लॉन्ग ट्रांसमिशन का कंसैप्ट
ਤੁਹਾਨੂੰ ਪਤਾ ਵੀ ਇਲੈਕਟ੍ਰਿਸਿਟੀ ਦੀ ਸਪਲਾਈ ਜਿਹੜੀ ਬਹੁਤ ਦੂਰ ਤੱਕ ਜਿਹੜੀ ਲੌਂਗ ਡਿਸਟੈਂਸ ਤੱਕ ਕੀਤੀ ਜਾਂਦੀ ਹੈਗੀ। ਤਾਂ ਉੱਥੇ ਆਪਾਂ ਕੀ ਨੋਟ ਕਰਦੇ ਹਾਂ ਵੀ ਇੱਥੇ ਥਰਮਲ ਪਾਵਰ ਪਲਾਂਟ ਹੈ ਆਪਣਾ, ਇਹ ਆਪਣੇ ਕੋਲੇ ਜਿਹੜੇ ਟਰਾਂਸਮਿਸ਼ਨ ਲਾਈਨ ਆ ਗਈ ਜਿਹੜੀ ਵੀ ਅੱਗੇ ਫਰਦਰ ਸਪਲਾਈ ਕਰਦੀ ਹੈਗੀ ਸਿਟੀ ਤੱਕ, ਕਿਸੇ ਹਾਊਸ ਤੱਕ, ਸ਼ਾਪ ਤੱਕ, ਕਿਸੇ ਫੈਕਟਰੀ ਤੱਕ ਜਿਹੜੀ ਇਲੈਕਟ੍ਰਿਸਿਟੀ। ਤਾਂ ਇਹਦੇ ਦੌਰਾਨ ਹੁੰਦਾ ਕੀ ਹੈਗਾ, ਜਿਹੜਾ ਇੱਕ ਪਾਵਰ ਸਟੇਸ਼ਨ ਹੈ ਉੱਥੋਂ ਜਦੋਂ ਆਪਾਂ ਸਪਲਾਈ ਕਰਾਂਗੇ ਤਾਂ ਕਈ ਵਾਰ ਕੀ ਹੁੰਦਾ ਉੱਥੇ ਨਾ ਕਰੰਟ ਜਿਹੜਾ ਉਹ ਜ਼ਿਆਦਾ ਅਮਾਉਂਟ 'ਚ ਪ੍ਰੋਡਿਊਸ ਹੁੰਦਾ ਗਾ। ਇੱਕ ਨਾਲ ਸਾਨੂੰ ਪਤਾ ਵੀ ਪੋਟੈਂਸ਼ੀਅਲ ਹੁੰਦੀ ਹੈਗੀ ਪੀ। ਹੁਣ ਸਾਡਾ ਕੁਐਸਚਨ ਇਹ ਹੁੰਦਾ ਹੈ ਵੀ ਜੇ ਅਸੀਂ ਸਪਲਾਈ ਕਰ ਰਹੇ ਹਾਂ ਜਦੋਂ ਇਹਨੂੰ ਇੱਕ ਕਰੰਟ ਨੂੰ, ਤਾਂ ਉਸ ਟਾਈਮ ਸਾਨੂੰ ਕਰੰਟ ਜ਼ਿਆਦਾ ਸਪਲਾਈ ਕਰਨਾ ਚਾਹੀਦਾ ਹੈ ਜਾਂ ਪੋਟੈਂਸ਼ੀਅਲ। ਤੁਸੀਂ ਇੱਕ ਫਾਰਮੂਲਾ ਪੜਿਆ ਸੀ H ਇਕੁਅਲ I ਸਕੁਅਰ RT। ਹੁਣ ਮੈਂ ਤੁਹਾਨੂੰ ਮੇਨ ਕੀ ਕਹਿ ਰਿਹਾ ਇੱਥੇ ਉਹ ਗੱਲ ਤੇ ਧਿਆਨ ਦਿਓ ਵੀ ਥਰਮਲ ਪਾਵਰ ਪਲਾਂਟ ਹੈ, ਇੱਥੇ ਇੱਕ ਆ ਟਰਾਂਸਫਾਰਮਰ ਯੂਜ਼ ਕੀਤਾ ਹੋਇਆ ਇਹਨਾਂ ਨੇ, ਇੱਕ ਆਪਾਂ ਇਹ ਵਾਲਾ ਯੂਜ਼ ਕੀਤਾ ਹੋਇਆ ਇਹਨਾਂ ਜਿਹੜਾ ਇੱਥੇ ਆ ਯੂਜ਼ ਕੀਤਾ ਇਹਨਾਂ ਨੇ ਆ ਦਿਸ ਰਿਹਾ ਤੁਹਾਨੂੰ ਇਹ ਵਾਲਾ, ਇਹ ਕੀ ਹੈਗਾ, ਇਹ ਸਟੈਪ ਅਪ ਟਰਾਂਸਫਾਰਮਰ ਹੈ। ਜਿਹੜਾ ਪੋਟੈਂਸ਼ੀਅਲ ਜਿਹੜਾ ਥਰਮਲ ਨੇ ਤਿਆਰ ਕੀਤੀ ਇਹ ਉਹਨੂੰ ਵਧਾ ਰਿਹਾ ਹੈ ਤਾਂ ਕਿ ਆਪਾਂ ਲੌਂਗ ਟਰਾਂਸਮਿਸ਼ਨ ਜਿਹੜੀ ਉਹ ਦੂਰ ਤੱਕ ਕਰ ਸਕੀਏ। ਤੇ ਜਦੋਂ ਅਸੀਂ ਇਹਨੂੰ ਵਰਤਣਾ ਸ਼ੁਰੂ ਕੀਤਾ ਕਿ ਉਦੋਂ ਸਾਨੂੰ ਕੀ ਕਰਨਾ ਪੈ ਗਿਆ, ਇਹਨੂੰ ਸਟੈਪ ਡਾਊਨ। ਇਹ ਸਟੈਪ ਡਾਊਨ ਟਰਾਂਸਫਾਰਮਰ ਹੈ, ਯਾਨੀ ਕਿ ਜਿੱਥੇ ਤੁਸੀਂ ਸਪਲਾਈ ਕਰਨੀ ਅੱਗੇ ਕਿਤੇ ਥਰਮਲ ਤੋਂ ਇਲੈਕਟ੍ਰਿਸਿਟੀ, ਉੱਥੇ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਉਹਨੂੰ ਪੋਟੈਂਸ਼ੀਅਲ ਨੂੰ ਵਧਾਉਣਾ ਪੈਂਦਾ ਹੈ। ਕਰੰਟ ਨੂੰ ਕਿਉਂ ਨਹੀਂ ਐਜ਼ ਇਟ ਭੇਜਦੇ ਕਿ ਕਰੰਟ ਪ੍ਰੋਬਲਮ ਪਤਾ ਕੀ ਕ੍ਰੀਏਟ ਕਰਦਾ ਹੈ, ਤੁਹਾਨੂੰ ਪਤਾ ਹੈ ਇਹਦਾ ਹੀਟਿੰਗ ਇਫੈਕਟ ਹੁੰਦਾ ਹੈ ਕਰੰਟ ਦਾ, ਕਰੰਟ ਹੀਟ ਪ੍ਰੋਡਿਊਸ ਕਰਦਾ ਹੈ। ਜੇ ਹੁਣ ਜਦੋਂ ਆਪਾਂ ਇੱਥੇ ਲੌਂਗ ਟਰਾਂਸਮਿਸ਼ਨ ਕਰ ਰਹੇ ਹੋਏ ਜਿਹੜੀਆਂ ਵਾਇਰਸ ਨੇਗੀਆਂ ਇਹ ਸਾਰੇ ਦਾ ਸਾਰਾ ਜਿਹੜਾ ਕਰੰਟ ਹੈ ਉਹਦੇ ਵਿੱਚੋਂ ਮੈਕਸਿਮਮ ਪਾਰਟ ਕਾਹਦੇ ਵਿੱਚ ਚਲਾ ਜਾਊਗਾ, ਕੀ ਪ੍ਰੋਡਿਊਸ ਹੋਣ ਦੇ ਵਿੱਚ, ਹੀਟ। ਹੁਣ ਆਪਾਂ ਸਪਲਾਈ ਇਸ ਲਈ ਤਾਂ ਨਹੀਂ ਕੀਤੀ ਕਿ ਵੀ ਤਾਰਾਂ ਦੇ ਵਿੱਚ ਜਿਹੜਾ ਉਹ ਕਰੰਟ ਲੰਘੇ ਤੇ ਉਹ ਗਰਮ ਹੋ ਜਾਣ ਤੇ ਹੀਟ ਪੈਦਾ ਹੋ ਜਾਏ। ਹੁਣ ਅਸੀਂ ਇੱਥੇ ਹੀਟਰ ਤਾਂ ਪ੍ਰੋਵਾਈਡ ਕਰਨਾ ਨਹੀਂ ਵੀ এনवायरमेंट ਦੇ ਵਿੱਚ, ਸਾਨੂੰ ਤਾਂ ਪੋਟੈਂਸ਼ੀਅਲ ਜਿਹੜਾ ਕਰੰਟ ਹੈ ਉਹ ਐਜ਼ ਇਟ ਸਪਲਾਈ ਹੋਣਾ ਚਾਹੀਦਾ ਵਧੀਆ ਤਰੀਕੇ ਨਾਲ ਤਾਂ ਕਿ ਲਾਸ ਜਿਹੜਾ ਘੱਟ ਹੋਵੇ। ਤਾਂ ਲਾਸ ਨੂੰ ਘਟਾਉਣ ਵਾਸਤੇ ਫਿਰ ਜਿਹੜੇ ਟਰਾਂਸਫਾਰਮਰ ਨੇ ਜਿਹੜੇ ਆਪਾਂ ਯੂਜ਼ ਕਰਦੇ ਹਾਂ ਉਹ ਕੀ ਕਰਦੇ ਹੈਗੇ, ਪੋਟੈਂਸ਼ੀਅਲ ਜਿਹੜਾ ਉਹਨੂੰ ਵਧਾ ਦਿੰਦੇ ਆ। ਜਦੋਂ ਪੋਟੈਂਸ਼ੀਅਲ ਵਧਾ ਦਿੰਦੇ ਆ ਜਿਹੜਾ ਕਰੰਟ ਹੈ ਉਹਨੂੰ ਕੀ ਕਰ ਦਿੰਦੇ ਨੇ, ਉਹ ਘਟਾ ਦਿੰਦੇ ਨੇ, ਯਾਨੀ ਕਿ ਇਹਨੂੰ ਤਾਂ ਡਿਕਰੀਜ਼ ਕਰ ਦਿੰਦੇ ਆ ਤੇ ਪੋਟੈਂਸ਼ੀਅਲ ਜਿਹੜਾ ਉਹਨੂੰ ਕੀ ਕਰ ਦਿੰਦੇ ਆਪਣੇ ਨੂੰ ਇਨਕਰੀਜ਼। ਤਾਂ ਇਹ ਮੇਨ ਰੋਲ ਹੁੰਦਾ ਹੈਗਾ ਇੱਕ ਟਰਾਂਸਫਾਰਮਰ ਦਾ ਜਿਹਦੇ ਵਿੱਚ ਲੌਂਗ ਟਰਾਂਸਮਿਸ਼ਨ ਦੇ ਵਿੱਚ ਜਿੱਥੇ ਵੀ ਆਪਾਂ ਸਪਲਾਈ ਕਰਾਂਗੇ ਇਲੈਕਟ੍ਰਿਸਿਟੀ ਦੀ ਕਾਫੀ ਡਿਸਟੈਂਸ ਤੱਕ, ਉੱਥੇ ਇਸ ਚੀਜ਼ ਦਾ ਧਿਆਨ ਰੱਖਾਂਗੇ ਵੀ ਉਹਨੂੰ ਸਟੈਪ ਅਸੀਂ ਅਪ ਕਰਕੇ ਭੇਜੀਏ ਨਾ ਕਿ ਸਟੈਪ ਡਾਊਨ। ਤਾਂ ਇੱਥੇ ਸਟੈਪ ਅਪ ਕਰਕੇ ਪੋਟੈਂਸ਼ੀਅਲ ਜਿਹੜਾ ਉਹਨੂੰ ਹਾਈ ਕਰਕੇ ਸਪਲਾਈ ਜਿਹੜੀ ਉਹ ਕੀਤੀ ਜਾਊ ਤਾਂ ਕਿ ਕੀ ਘਟ ਸਕੇ, ਹੀਟ ਦਾ ਲਾਸ, ਯਾਨੀ ਕਿ ਹੀਟ ਲਾਸ ਨਾ ਹੋਵੇ ਵਾਲਾ ਸਾਡਾ। ਉੱਥੇ ਜਿਹੜੀਆਂ ਵਾਇਰਸ ਨੇ ਉਹ ਗਰਮ ਨਾ ਹੋਣ, ਜੇ ਹੀਟ ਹੋਣਗੀਆਂ ਤਾਂ ਉੱਥੇ ਕੀ ਹੋਊਗਾ, ਰੈਜ਼ਿਸਟੈਂਸ ਵੱਧ ਪ੍ਰੋਡਿਊਸ ਹੋਊਗਾ, ਰੈਜ਼ਿਸਟੈਂਸ ਵੱਧ ਗਿਆ ਤਾਂ ਤੁਹਾਨੂੰ ਪਤਾ ਸਪਲਾਈ ਦੇ ਵਿੱਚ ਕੀ ਹੋਊਗੀ, ਫਿਰ ਪ੍ਰੋਬਲਮ ਜਿਹੜੀਆਂ ਉਹ ਜ਼ਿਆਦਾ ਕ੍ਰੀਏਟ ਹੋਣਗੀਆਂ। ਤਾਂ ਇੱਥੇ ਦੇਖੋ ਵੀ ਕੋਈ ਡਾਊਟ ਹੈ ਤਾਂ ਮੈਂ ਅੱਗੇ ਜੇ ਕੋਈ ਡਾਊਟ ਹੈ ਤਾਂ ਪੁੱਛੋ, ਸਕਰੀਨਸ਼ਾਟ ਲੈ ਸਕਦੇ ਹੋ ਜੇ ਕੋਈ ਲੈਣਾ ਚਾਹੁੰਦਾ। ਹੁਣ ਆਪਾਂ ਕਰਦੇ ਹਾਂ ਅੱਗੇ, ਜਿਹੜਾ ਸਾਡੇ ਕੋਲੇ ਏਸੀ ਹੈ ਇਹਦੇ ਸਾਨੂੰ ਕੀ ਕੀ ਫਾਇਦੇ ਨੇ। ਓਵਰ ਡੀਸੀ ਜਿਹੜਾ ਅਸੀਂ ਡਾਇਰੈਕਟ ਕਰੰਟ ਸਪਲਾਈ ਕਰਦੇ ਹਾਂ ਨਾ ਉਹਦੇ ਮੁਕਾਬਲੇ ਸਾਨੂੰ ਏਸੀ ਕਰੰਟ ਜਿਹੜਾ ਪ੍ਰੋਡਿਊਸ ਕਰਨ ਦੇ ਕੀ ਫਾਇਦੇ ਨੇ। ਵੀ ਦੇਖੋ ਏਸੀ ਕਰੰਟ ਜਿਹੜਾ ਸਾਨੂੰ ਪਤਾ ਵੀ ਏਸੀ ਕਰੰਟ ਦੀ ਹੈਲਪ ਨਾਲ ਹੀ ਸਾਰੇ ਆਪਣੇ ਡਿਵਾਈਸ ਜਿਹੜਾ ਸਭ ਕੁਝ ਚੱਲ ਰਿਹਾ ਹੈਗਾ, ਪਰ ਫਿਰ ਵੀ ਸਾਨੂੰ ਇਹਦਾ ਫਾਇਦਾ ਕੀ ਹੈ ਡੀਸੀ ਦੇ ਓਵਰ। ਸਭ ਤੋਂ ਪਹਿਲਾਂ ਤਾਂ ਮੇਨ ਚੀਜ਼ ਜਿਹੜੀ ਪਹਿਲਾ ਪੁਆਇੰਟ ਤੁਸੀਂ ਕੀ ਕਹਿ ਸਕਦੇ ਹੋਗੇ
ਇਹਨੂੰ ਨਾ ਇਹਦੀ ਪ੍ਰੋਡਕਸ਼ਨ ਜਿਹੜੀ ਯਾਨੀ ਕਿ ਇਹਨੂੰ ਪ੍ਰੋਡਿਊਸ ਕਰਨਾ ਉਹ ਕੀ ਹੈਗਾ ਈਜ਼ੀ ਹੈ। ਮਤਲਬ ਅਸੀਂ ਜਿਹੜਾ ਏਸੀ ਕਰੰਟ ਹੈ ਉਹਨੂੰ ਬੜੀ ਆਸਾਨੀ ਨਾਲ ਪ੍ਰੋਡਿਊਸ ਕਰ ਸਕਦੇ ਜਨਰੇਟਰ ਦੀ ਹੈਲਪ ਨਾਲ, ਤੇ ਡੀਸੀ ਜਿਹੜਾ ਨੂੰ ਪ੍ਰੋਡਿਊਸ ਕਰਨਾ ਕੀ ਹੈ ਡਿਫਿਕਲਟ ਹੈ। ਤੇ ਜਿਹੜੀ ਸੀ ਏਸੀ ਹੈ ਇਹਦੀ ਜਿਹੜੀ ਪਾਵਰ ਹੈ ਅਸੀਂ ਉਹ ਹਾਈ ਰੱਖ ਸਕਦੇ, ਮਤਲਬ ਜ਼ਿਆਦਾ ਹਾਈ ਪਾਵਰ ਦੇ ਵਿੱਚ ਅਸੀਂ ਜਿਹੜਾ ਏਸੀ ਕਰੰਟ ਆ ਉਹ ਪ੍ਰੋਡਿਊਸ ਕਰ ਸਕਦੇ ਹਾਂ। ਇਹ ਫਾਇਦਾ ਸਾਨੂੰ ਡੀਸੀ ਦੇ ਉੱਪਰ। ਥਰਡ ਚੀਜ਼ ਜਿਹੜੀ ਮੇਨ, ਜਿਹੜਾ ਸਾਡੇ ਕੋਲ ਏਸੀ ਕਰੰਟ ਹੈ ਇਹਨੂੰ ਨਾ ਜਦੋਂ ਅਸੀਂ ਸਟੈਪ ਅਪ ਕਰ ਲੈਂਦੇ ਹੁੰਦੇ ਜਾਂ ਕੀ ਕਰਦੇ ਹਾਂ ਸਟੈਪ ਡਾਊਨ, ਇਹ ਦੋਨੇ ਵਰਕ ਕੀ ਹੁੰਦੇ ਨੇ ਬਹੁਤ ਈਜ਼ੀ ਹੋ ਜਾਂਦੇ ਆਪਣੇ ਵਾਸਤੇ, ਸਟੈਪ ਅਪ ਕਰਨਾ ਤੇ ਸਟੈਪ ਡਾਊਨ ਕਰਨਾ, ਤਾਂ ਇਹਨੂੰ ਥੋੜਾ ਕੀ ਹੈਗਾ ਈਜ਼ੀ, ਤੇ ਪਰ ਡੀਸੀ ਨੂੰ ਕੀ ਹੈ ਥੋੜਾ ਉੱਥੇ ਡਿਫਿਕਲਟ ਹੈ ਸਾਡੇ ਲਈ ਕੀ ਕਰਨਾ ਸਟੈਪ ਅਪ ਤੇ ਸਟੈਪ ਡਾਊਨ ਕਰਨਾ। ਨੈਕਸਟ ਜਿਹੜਾ ਪਾਰਟ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਏਸੀ ਦੀ ਟਰਾਂਸਮਿਸ਼ਨ ਨਹੀਂ ਕਰਦੇ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਸਪਲਾਈ ਕਰਦੇ ਹਾਂ, ਤਾਂ ਟਰਾਂਸਮਿਸ਼ਨ ਜਿਹੜੀ ਇਹਦੀ ਉਹ ਬੜੀ ਈਜ਼ੀ ਹੈ ਐਜ਼ ਕੰਪੇਅਰ ਟੂ ਡੀਸੀ। ਡੀਸੀ ਦੇ ਵਿੱਚ ਤਾਂ ਨਾ ਕੋਈ ਵਾਇਰ ਹੈ, ਪੋਜ਼ਿਟਿਵ ਨੈਗੇਟਿਵ ਚਾਰਜ ਦੋ ਹੋਣਗੇ, ਕੋਈ ਵਾਇਰ ਉਲਟ ਲਗਾ ਦਿਆ ਕਰੂ, ਤਾਂ ਤੁਸੀਂ ਦੇਖੋ ਵੀ ਕਿੰਨੀਆਂ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋਣਗੀਆਂ ਆਪਾਂ ਤੇ ਆਪਾਂ ਜੇ ਪੋਜ਼ਿਟਿਵ ਨੈਗੇਟਿਵ ਦਾ ਧਿਆਨ ਨਾ ਰੱਖਿਆ ਕਰੇ ਸਪਲਾਈ ਦੇ ਵਿੱਚ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਹੋ ਸਕਦੀਆਂ। ਤਾਂ ਏਸੀ ਜਿਹੜਾ ਹੁਣ ਯੂਜ਼ ਕਰਨਾ ਵੀ ਈਜ਼ੀ ਹੈ, ਆਪਾਂ ਹੀ ਕਹਿ ਸਕਦੇ ਇਹ ਜ਼ਿਆਦਾ ਪੋਟੈਂਸ਼ੀਅਲ ਆਪਾਂ ਨੂੰ ਪ੍ਰੋਵਾਈਡ ਕਰਦਾ ਹੈਗਾ, ਤਾਂ ਏਸੀ ਕਰੰਟ ਦੇ ਜ਼ਿਆਦਾ ਆਪਾਂ ਨੂੰ ਬੈਨੀਫਿਟਸ ਨੇ ਡੀਸੀ ਦੇ ਮੁਕਾਬਲੇ। ਇੱਕ ਇਹ ਹੈ ਵੀ ਇਹ ਈਜ਼ਲੀ ਕੀ ਹੋ ਜਾਂਦਾ ਹੈਗਾ ਜਿਹੜਾ ਏਸੀ ਕਰੰਟ ਹੈ ਨਾ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਬੜੇ ਆਸਾਨੀ ਨਾਲ ਕਿਹਦੇ ਵਿੱਚ ਡੀਸੀ ਦੇ ਵਿੱਚ। ਤਾਂ ਉੱਥੇ ਆਪਾਂ ਨੂੰ ਕੀ ਲਾਉਣਾ ਪੈਂਦਾ ਵੀ ਇੱਕ ਰੈਕਟੀਫਾਇਰ ਲਾਉਣਾ ਪੈਂਦਾ। ਰੈਕਟੀਫਾਇਰ ਬਾਰੇ ਡਾਇਓਡਸ ਬਾਰੇ ਨਾ ਆਪਾਂ 9th ਯੂਨਿਟ ਵਿੱਚ ਪੜਾਂਗੇ ਇਲੈਕਟ੍ਰੋਨਿਕ ਡਿਵਾਈਸਿਸ, ਮਤਲਬ ਇੱਕ ਰੈਕਟੀਫਾਇਰ ਕਿਵੇਂ ਇੱਕ ਏਸੀ ਨੂੰ ਡੀਸੀ ਵਿੱਚ ਕਨਵਰਟ ਕਰ ਦਿੰਦਾ ਹੈ। ਇੰਟਰਸਟਿੰਗ ਚੈਪਟਰ ਹੈ ਤੁਹਾਡਾ 9th ਜਿਹੜਾ ਰੈਕਟੀਫਾਇਰ ਦੇ ਬਾਰੇ, ਜਿਹਦੇ ਵਿੱਚ ਆਪਾਂ ਸਟੱਡੀ ਕਰਨਾ ਹੁੰਦਾ ਹੈ ਵੀ ਇੱਕ ਰੈਕਟੀਫਾਇਰ ਜਿਹੜਾ ਉਹ ਕਿਸ ਤਰ੍ਹਾਂ ਕੀ ਹੈ ਇੱਕ ਏਸੀ ਸਪਲਾਈ ਜਿਹੜੀ ਅਸੀਂ ਕੀਤੀ ਹੁੰਦੀ ਹੈ ਉਹਨੂੰ ਕਾਹਦੇ ਵਿੱਚ ਜਾ ਬਦਲਦਾ ਉਹ ਡੀਸੀ ਦੇ ਵਿੱਚ। ਕਿਉਂ ਸਾਡੇ ਕੋਲ ਇੱਧਰ ਤਾਂ ਵੇਵ ਆਉਂਦੀ ਹੁੰਦੀ ਹੈ ਏਸੀ ਦੇ ਵਿੱਚ ਤਾਂ ਇਸ ਤਰ੍ਹਾਂ ਪੋਜ਼ਿਟਿਵ ਨੈਗੇਟਿਵ, ਬਟ ਇਹ ਕੀ ਕਰ ਦਿੰਦਾ ਸਪਲਾਈ ਕੀ ਕਰ ਦਿੰਦਾ ਉਧਰ ਜਦੋਂ ਡੀਸੀ ਚ ਤਾਂ ਸਿਰਫ ਇਸ ਤਰ੍ਹਾਂ ਬਣਾ ਦਿੰਦਾ ਵੀ ਪੋਜ਼ਿਟਿਵ ਹਾਫ ਅਲੱਗ ਹੋ ਜਾਂਦਾ ਆਪਣਾ, ਜਿਹੜਾ ਨੈਗੇਟਿਵ ਹਾਫ ਆ ਉਹ ਅਲੱਗ ਹੋ ਜਾਂਦਾ। ਸੇ ਕਹ ਲਓ ਵੀ ਇਹ ਇੱਕ ਫਿਲਟਰ ਦਾ ਕੰਮ ਕਰਦਾ ਹੈ। ਫਿਲਟਰ ਕੀ ਕਰਦਾ ਹੈ ਪੋਜ਼ਿਟਿਵ ਵਾਲੇ ਅੱਡ ਕੱਢ ਦਿੰਦਾ ਹੈ, ਨੈਗੇਟਿਵ ਵਾਲਾ ਪਾਰਟ ਜਿਹੜਾ ਉਹ ਅਲੱਗ ਕਰ ਦਿੰਦਾ ਹੈ। ਏਸੀ ਇਹ ਤੁਹਾਡੇ ਕੋਲ ਐਡਵਾਂਟੇਜ ਆ ਗਏ ਆਪਣੇ ਕੋਲ ਏਸੀ ਤੇ ਓਵਰ ਦਾ ਡੀਸੀ। ਦੇਖੋ ਕਲੀਅਰ ਹੈ ਨਾ ਆਪਣੇ ਕੋਲ ਏਸੀ ਕਿੰਨਾ ਯੂਜ਼ਫੁਲ ਹੈ ਏਸੀ ਕਰੰਟ। ਫਿਰ ਦਿਮਾਗ 'ਚ ਕੁਐਸਚਨ ਹੁੰਦਾ ਆਪਣੇ ਵੀ ਹਾਂ ਵੀ ਏਸੀ ਕਰੰਟ ਨਹੀਂ ਜ਼ਿਆਦਾ ਪ੍ਰੈਫਰੈਂਸ ਕਿਉਂ ਦਿੰਦੇ ਆ ਡੀਸੀ ਨੂੰ ਕਿਉਂ ਨਹੀਂ ਦਿੰਦੇ। ਅਗਲੀ ਚੀਜ਼ ਇਹ ਤੁਹਾਡੇ ਕੁਝ ਕੁ ਪਾਰਟ ਰਹਿ ਗਿਆ ਸੀ ਆਪਣੇ ਇਸ ਲੈਸਨ ਦਾ, ਉਹ ਆਪਾਂ ਡਿਸਕਸ ਕੀਤਾ ਹੈ। मैं तो नेक्स्ट पार्ट करवाना है। इस की शो किया मैं डिवाइस के नेम दस सकते हो। केरन वोल्ट मीटर, ठीक है वोल्ट मीटर एम मीटर सही है। मीन सी बी ते ए दा सिंबल है ਉਹਦਾ मीनिंग पहचानते हो, ठीक है भी शाबाश। नैक्सट ਜਿਹੜਾ अपना टॉपिक है ਇੱਕ ਤਾਂ ਸਾਡੇ ਕੋਲ ਹੈਗਾ ਇੱਥੇ ਵੋਲਟ ਮੀਟਰ।
एक है साडे कोल एमीटर। इन्हां तो शॉर्ट क्वेश्चंस के लिए इस टॉपिक की लोड़ पऊगी भी ਇਹਦਾ की क्वेश्चन है मेन तो आप देखते हैं। एक तुहानूं पता भी एक हुंदा अपने कोले डीसी वोल्टमीटर ते एमीटर, दूसरा साडे कोल की हुंदा गा एसी, एक वोल्टमीटर ते एक एमीटर। हुण डीसी जिहड़ा वोल्टमीटर ते एमीटर जिहड़ा तुसीं यूज करदे हो ये की करदा गा भी सिर्फ किहनूं मैजर करदा गा एवरेज जिहड़ा करंट, सिर्फ एवरेज वैल्यू ऑफ करंट ही मैजर करदा। जिहड़ा अपने कोल एसी वाला पार्ट आ जांदा भी एसी वाले हुंदे ये की मैजर करदे ने मतलब ये किहड़ी वैल्यू मैजर करदे करंट दी जिहड़ा एसी वोल्टमीटर ते एमीटर हुंदे रूट मीन स्केयर करंट। पेपर च क्वेश्चन पुछन तुहानूं भी तुसीं ये दसो भी जिहड़ा साडे कोल एक डीसी वोल्टमीटर ते एमीटर ने वो करंट दी जिहड़ी वैल्यू ਜਾਂ ਤੁਸੀਂ ਇਹ ਕਹੋ ਜੇ ਆਪਣੇ ਕੋਲੇ क्वेश्चन ही आ गया भी ਤੁਸੀਂ ਟਿਕ ਕਰੋ ਜਿਹੜਾ ਕਰੈਕਟ ਆਪਸ਼ਨ ਹੈਗੀ ਵੀ ਜਿਹੜਾ ਡੀਸੀ ਕਰੰਟ ਡੀਸੀ ਵੋਲਟਮੀਟਰ ਤੇ ਐਮੀਟਰ ਕਰੰਟ ਦੀ ਕਿਹੜੀ ਵੈਲਿਊ ਮੈਜ਼ਰ ਕਰ ਸਕਦੇ ਹੋ ਤਾਂ ਤੁਸੀਂ ਕਹੋਗੇ ਕਿਹੜੀ ਕਰ ਸਕਦੇ ਹੋ ਐਵਰੇਜ ਵੈਲਿਊ। ਜੇ ਤੁਹਾਨੂੰ ਪੁੱਛੇ ਕੋਈ ਵੀ ਜਿਹੜਾ ਏਸੀ ਵੋਲਟਮੀਟਰ ਤੇ ਐਮੀਟਰ ਉਹ ਕਿਹੜੀ ਵੈਲਿਊ ਮੈਜ਼ਰ ਕਰਨਗੇ ਤਾਂ ਤੁਸੀਂ ਕਹੋਗੇ ਰੂਟ ਮੀਨ ਸਕੁਅਰ वैल्यू ऑफ करंट। कई बार पेपर च बच्चे तुहानूं शॉर्टकट फॉर्म ये भी दी हो सकती है आई दे पैर च लिख के तो उत्थे ध्यान रखना तुसीं भी IRMS जिहड़ा रूट मीन स्क्वायर वैल्यू ऑफ करंट ये भी आपां मैजर करते हैं। जे तुहानूं हुण ये पुछे कोई जिहड़ा एक DC वोल्टमीटर मान लो ये तो अपने कोले DC एमीटर ते वोल्टमीटर है ये AC क्यों नहीं रीड कर सकते एक DC वोल्टमीटर ते एमीटर वो AC करंट ਨੂੰ क्यों नहीं मैजर कर सकते तो ਤੁਹਾਡਾ आंसर ਕੀ ਹੋਣਾ ਚਾਹੀਦਾ ਇੱਥੇ ਕਿਉਂਕਿ ਜਿਹੜਾ ਸਾਡੇ ਕੋਲ ਇੱਕ AC ਕਰੰਟ ਹੈ ਉਹਦੀ ਐਵਰੇਜ ਵੈਲਿਊ ਜਿਹੜੀ ਉਹ ਕਿੰਨੀ ਹੁੰਦੀ ਹੈ ਐਵਰੇਜ ਵੈਲਿਊ ਆਫ ਕਰੰਟ 0। DC क्लीयर हो रहे जो मैं दसना चाहना सुनो ਜਿਹੜੇ ਐਮੀਟਰ ਤੇ ਵੋਲਟਮੀਟਰ ਨੇ ਜਿਹੜੇ DC ਵਾਲੇ ਇਹ ਸਿਰਫ ਕੀ ਕਰ ਸਕਦੇ ਹੈਗੇ ਇਹ ਵਾਲਾ ਪਾਰਟ ਇਹਦੇ ਧਿਆਨ ਦਿਓ ਇਹ ਆਪਾਂ ਕਿਹਾ ਸਿਰਫ ਕੀ ਮੈਜ਼ਰ ਕਰ ਸਕਦਾ ਹੈ ਐਵਰੇਜ ਵੈਲਿਊ ਆਫ ਕਰੰਟ ਤਾਂ ਕਰਕੇ ਹੁਣ ਐਵਰੇਜ ਵੈਲਿਊ ਆਫ ਕਰੰਟ AC ਦੀ ਕਿੰਨੀ ਹੈ ਸਾਨੂੰ ਪਤਾ ਵੀ 0 ਹੈ ਜੇ ਐਵਰੇਜ ਵੈਲਿਊ ਆਫ ਕਰੰਟ 0 ਹੈ AC ਦੇ ਲਈ ਤਾਂ ਤੁਹਾਡੇ ਕੋਲ ਉਹ ਮੈਜ਼ਰਮੈਂਟ ਹੀ ਐਵਰੇਜ ਦੀ ਕਰਦਾ ਹੈ ਤਾਂ ਆਪਣੇ ਕੋਲ AC ਕਰੰਟ ਦੀ ਮੈਜ਼ਰਮੈਂਟ ਫਿਰ ਇੱਕ ਜਿਹੜੇ ਆਪਣੇ ਕੋਲ DC ਵੋਲਟਮੀਟਰ ਐਮੀਟਰ ਉਹਨਾਂ ਚ ਤਾਂ ਕਦੇ ਵੀ ਨਹੀਂ ਹੋ ਸਕਦੇ। ਹੁਣ ਇਹ ਐਵਰੇਜ ਮਾਪਦਾ ਹੈ ਤੁਸੀਂ AC ਜਿਹੜਾ ਤੁਹਾਡੇ ਕੋਲੇ ਕਹਿ ਲਓ ਉਲਟ ਕਹਿ ਲਓ ਹੁਣ ਆਪਣੇ ਕੋਲ AC ਵੋਲਟਮੀਟਰ ਤੇ ਐਮੀਟਰ ਹੈ ਕਿ ਤੁਸੀਂ ਉਹਦੇ ਨਾਲ ਇਹ ਦੱਸੋ ਮੈਨੂੰ DC ਮੈਜ਼ਰ ਕਰ ਲਓਗੇ ਨਹੀਂ ਕਿਉਂ ਉਹਨੇ ਐਵਰੇਜ ਮਾਪਣੀ ਹੈ ਐਵਰੇਜ ਆਪਣੇ ਕੋਲ 0 ਹੈ। ਜਦੋਂ पेपर च क्वेश्चन ही आ जाए भी जिहड़ा एक AC करंट है एक DC करंट है दोनों दे विचों किहड़ा किहदी वैल्यू आपां नूं ऑप्शन दे देण भी एवरेज दी वैल्यू की हुंदी हैगी एवरेज वैल्यू ऑफ करंट की हुंदी हैगी 0 तो तुहाडी ऑप्शन किहड़ी टिक होगी उत्थे AC ठीक है भी AC ते DC विचों किहड़ा है जिहदी एवरेज वैल्यू की हुंदी हैगी अपने कोल 0 तो AC है ते ये पूछे जाए भी DC जिहड़ा ਉਹਦੇ ਵਿੱਚ ਤੁਹਾਨੂੰ ਕਿਹੜਾ ਕਰੰਟ ਮਿਲਦਾ ਹੈ ਐਵਰੇਜ ਕਰੰਟ AC ਚ ਕਿਹੜਾ ਕਰੰਟ ਮਿਲਦਾ ਤੁਹਾਨੂੰ ਰੂਟ ਮੀਨ ਸਕੁਅਰ ਕਰੰਟ। ਇਹ ਆਪਾਂ ਬਿਲਕੁਲ ਸਟਾਰਟਿੰਗ ਤੇ ਇਹਦੇ ਦੋ ਆਰਟੀਕਲ ਕੀਤੇ ਸੀ ਜਦੋਂ ਆਪਾਂ ਲੈਸਨ ਸ਼ੁੱਧ ਦੀ ਸ਼ੁਰੂਆਤ ਕੀਤੀ ਹੈ। ਅੱਜ ਦਾ ਟੌਪਿਕ ਤੁਹਾਡਾ ਮੇਰੇ ਖਿਆਲ ਇੱਥੋਂ ਤੱਕ ਹੀ ਹੈ।
ਹੋਰ ਤਾਂ ਇਹਦੇ ਵਿੱਚ ਕੁਛ ਬਚਿਆ ਨਹੀਂ। ਫਿਲਹਾਲ ਜੇ ਕੋਈ ਤੁਸੀਂ ਇਹਦਾ ਡਾਊਟ ਸੈਸ਼ਨ ਕਰਨਾ ਹੈ ਤਾਂ ਉਹ ਮੈਂ ਕਰ ਸਕਦਾ। ਇੱਕ ਲਾਸਟ ਛੋਟਾ ਜਿਹਾ ਕੁਐਸਚਨ ਤੁਹਾਨੂੰ ਦੱਸਦਾ, ਠੀਕ ਹੈ ਨਾ, ਵੀ ਜਿਹੜਾ ਆਪਣਾ ਟਰਾਂਸਫਾਰਮਰ ਕੀਤਾ ਆਪਾਂ, ਤੁਹਾਨੂੰ ਧਿਆਨ ਚ ਹੋਵੇ ਮੈਂ ਤੇ ਦੱਸਣਾ ਲਾਸਟ ਦੇ ਤੇ ਵੀ ਆਪਣੇ ਕੋਲ ਜਿਹੜੇ ਟਰਾਂਸਫਾਰਮਰ ਹੁੰਦੇ ਨੇ ਉਹ ਵਰਕ ਕਿਉਂ ਨਹੀਂ ਕਰਦੇ ਵਿਦ ਡੀਸੀ। ਵੀ ਤੁਹਾਡੇ ਕੋਲ ਇੱਕ ਡੀਸੀ ਕਰੰਟ ਹੈ, ਇੰਪੋਰਟੈਂਟ ਚੀਜ਼ ਹੈ ਵੀ ਡੀਸੀ ਕਰੰਟ ਹੈ ਆਪਣੇ ਕੋਲ, ਇਹਦੇ ਲਈ ਆਪਾਂ ਟਰਾਂਸਫਾਰਮਰ ਕਿਉਂ ਨਹੀਂ ਯੂਜ਼ ਕਰ ਸਕਦੇ। ਦੱਸ ਸਕਦਾ ਕੋਈ? ਤਾਂ ਇਹਦਾ ਕਾਰਨ ਕੀ ਹੈ, ਵੀ ਤੁਹਾਨੂੰ ਪਤਾ ਵੀ ਜਿਹੜਾ ਆਪਣਾ ਟਰਾਂਸਫਾਰਮਰ ਹੈ ਉਹ ਕਿਵੇਂ ਕੰਮ ਕਰਦਾ ਹੈ। ਜਦੋਂ ਪ੍ਰਾਇਮਰੀ ਕੋਇਲ ਦੇ ਵਿੱਚ ਕਰੰਟ ਲੰਘਦਾ ਏਸੀ, ਫਲਕਸ ਦੇ ਵਿੱਚ ਚੇਂਜ ਆਉਂਦਾ ਹੈ ਫਾਈ ਫਲਕਸ ਦੇ ਵਿੱਚ, ਤਾਂ ਸੈਕੰਡਰੀ ਕੋਇਲ ਦੇ ਵਿੱਚ ਈਐਮਐਫ ਕੀ ਹੁੰਦੀ ਹੈ, ਪ੍ਰੋਡਿਊਸ ਹੁੰਦੀ ਹੈ। ਤਾਂ ਤੁਹਾਨੂੰ ਪਤਾ ਵੀ ਜਿਹੜਾ ਡੀਸੀ ਕਰੰਟ ਹੈ ਇਹਦੇ ਵਿੱਚ ਫਲਕਸ ਜਿਹੜਾ ਉਹ ਵੇਰੀ ਨਹੀਂ ਕਰਦਾ ਤਾਂ ਉੱਥੇ ਫਿਰ ਆਪਾਂ ਟਰਾਂਸਫਾਰਮਰ ਦਾ ਜਿਹੜਾ ਯੂਜ਼ ਹੈ ਉਹ ਕੀ ਹੈ, ਨਹੀਂ ਕਰ ਸਕਦੇ। ਇਹ ਸੀ ਤੁਹਾਡੀ ਕਨਸੈਪਟ ਵੀ ਟਰਾਂਸਫਾਰਮਰ ਦਾ ਯੂਜ਼ ਅਸੀਂ ਜ਼ਿਆਦਾ ਮੋਸਟਲੀ ਕਿਹਦੇ ਲਈ ਕਰ ਸਕਦੇ ਹਾਂ, ਕਿਹੜੇ ਕਰੰਟ ਲਈ, ਏਸੀ ਲਈ। ਕਿਉਂ? ਕਿਉਂਕਿ ਉਹਦੇ ਵਿੱਚ ਫਲਕਸ ਹੈ ਉਹ ਕੀ ਕਰਦਾ ਰਹਿੰਦਾ ਹੈਗਾ, ਵੇਰੀ ਕਰਦਾ ਰਹਿੰਦਾ, ਕਿਉਂਕਿ ਚ ਹਾਫ ਨਹੀਂ ਬਦਲ ਰਹੇ ਪੋਜ਼ਿਟਿਵ ਤੇ ਨੈਗੇਟਿਵ, ਇਹਨਾਂ ਦੇ ਚੇਂਜ ਆਉਣ ਨਾਲ ਫਲਕਸ ਚੇਂਜ ਹੁੰਦਾ, ਫਲਕਸ ਚੇਂਜ ਆਉਣ ਦੇ ਨਾਲ ਹੀ ਕੀ ਪ੍ਰੋਡਿਊਸ ਹੁੰਦੀ ਹੈ, ਈਐਮਐਫ। ਬਟ ਡੀਸੀ ਕਰੰਟਸ ਤੋਂ ਤੁਹਾਨੂੰ ਪਤਾ ਵੀ ਇਹਦੇ ਵਿੱਚ ਤਾਂ ਪੋਜ਼ਿਟਿਵ ਹਾਫ ਹੈ ਉਹ ਪੋਜ਼ਿਟਿਵ ਚੱਲਣਗੇ, ਤਾਂ ਆਪਣੇ ਕੋਲ ਉੱਥੇ ਵੇਰੀਏਸ਼ਨ ਫਲਕਸ ਦੇ ਵਿੱਚ ਨਾ ਆਉਣ ਕਰਕੇ ਆਪਾਂ ਕੀ ਹੈ ਇਹ ਡੀਸੀ ਲਈ ਟਰਾਂਸਫਾਰਮਰ ਜਿਹੜੇ ਉਹ ਯੂਜ਼ ਨਹੀਂ ਕਰ ਸਕਦੇ। ਇੱਕ ਲਾਸਟ ਤੁਹਾਡੇ ਲਈ ਕੁਐਸਚਨ ਹੈ, ਤੁਸੀਂ ਦੱਸਣਾ ਹੈ ਵੀ ਜਿਹੜਾ ਟਰਾਂਸਫਾਰਮਰ ਹੈ ਇਹ ਸੈਲਫ ਇੰਡਕਸ਼ਨ ਤੇ ਕੰਮ ਕਰਦਾ ਹੈ ਕਿ ਮਿਊਚੁਅਲ ਇੰਡਕਸ਼ਨ ਤੇ। ਆਪਾਂ ਦੋ ਸਟੱਡੀ ਕੀਤੀਆਂ ਨੇ, ਸੈਲਫ ਇੰਡਕਸ਼ਨ ਤੇ ਇੱਕ ਮਿਊਚੁਅਲ ਇੰਡਕਸ਼ਨ, ਤਾਂ ਦੋਨਾਂ ਚੋਂ ਕਿਹਦੀ ਬੇਸਡ ਹੈ ਉਹ ਦੱਸੋ। ਦੇਖੋ ਲਾਸਟ ਆਪਾਂ ਪੜ੍ਹ ਚੁੱਕੇ ਹਾਂ ਇਹ ਚੀਜ਼। ਸੈਲਫ, ਓਕੇ ਚਲੋ ਕੋਈ ਨਹੀਂ, ਦੱਸੋ ਮੈਨੂੰ। ਸੈਲਫ ਇੰਡਕਸ਼ਨ, ਓਕੇ ਇੱਕ ਤੁਹਾਨੂੰ ਪਿਕ ਸ਼ੇਅਰ ਕੀਤੀ ਹੈ ਮੈਂ ਦੱਸ ਰਹੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਖੁਦ ਸੋਚੋ ਨਾ ਇਹ ਗੱਲ ਵੀ ਸੈਲਫ ਤਾਂ ਉਸੇ ਕੋਇਲ ਦੇ ਅੰਦਰ ਹੁੰਦਾ ਹੈ ਜਦੋਂ ਕੋਇਲਾਂ ਕਿੰਨੀਆਂ ਹੈਗੀਆਂ ਇੱਥੇ, ਦੋ, ਇੱਕ ਪ੍ਰਾਇਮਰੀ ਇੱਕ ਸੈਕੰਡਰੀ, ਤਾਂ ਇਹਦੇ ਵਿੱਚ ਤਾਂ ਫਲਕਸ ਪ੍ਰੋਡਿਊਸ ਹੋ ਰਿਹਾ, ਇਹਦੇ ਵਿੱਚ ਕੀ ਹੋ ਰਿਹਾ, ਇੰਡਕਸ਼ਨ ਹੋ ਰਹੀ ਹੈ। ਤਾਂ ਤੁਸੀਂ ਖੁਦ ਸੋਚੋ ਇੱਥੇ ਕਿੰਨੀਆਂ ਕੋਇਲਾਂ ਆ ਗਈਆਂ, ਦੋ, ਦੋ ਕੋਇਲਾਂ ਆ ਗਈਆਂ ਤਾਂ ਮਿਊਚੁਅਲ ਨਹੀਂ ਹੋਗੀ। ਥੋੜਾ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਵੀ ਇਹ ਛੋਟੇ ਛੋਟੇ ਕੁਐਸਚਨ ਹੀ, ਛੋਟੇ ਛੋਟੇ ਕਨਸੈਪਟ ਹੀ ਵਿੱਚੋਂ ਹੀ ਬਣ ਜਾਂਦੇ ਨੇ ਜਿਹੜੇ ਆਪਾਂ ਇਗਨੋਰ ਕਰ ਦਿੰਦੇ ਹਾਂ। ਜਾਂ ਤੁਹਾਨੂੰ ਆਈਡੀਆ ਪਿਕਸ ਮੈਂ ਦਿੱਤੀਆਂ ਨੇ, ਇਹ ਸਟੈਪ ਅਪ ਹੈ ਸਟੈਪ ਡਾਊਨ ਹੈ, ਇਹ ਪਤਾ ਕਿਵੇਂ ਲੱਗਦਾ ਤੁਹਾਨੂੰ, ਨੰਬਰ ਆਫ, ਦੱਸੋ ਕੀ ਤੋਂ ਚੈੱਕ ਕਰੋਗੇ, ਇਹ ਪਿਕ ਨੂੰ ਧਿਆਨ ਨਾਲ ਦੇਖੋ। ਕੋਇਲਸ ਤੋਂ ਪ੍ਰਦੀਪ, ਠੀਕ ਹੈ ਵੀ ਨੰਬਰ ਆਫ ਕੋਇਲਸ ਤੋਂ ਪਤਾ ਲੱਗਦਾ ਸਾਨੂੰ, ਜੇ ਅਸੀਂ ਸੈਕੰਡਰੀ ਘਟਾਤੀਆਂ ਤਾਂ ਡਾਊਨ ਹੋ ਜੂ, ਸੈਕੰਡਰੀ ਵਧਾਤੀਆਂ ਤਾਂ ਸਟੈਪ ਅਪ ਹੋ ਜੂਗਾ। ਠੀਕ ਹੈ ਸਹੀ।
ਬਸ ਇਹ ਛੋਟੀ ਛੋਟੀ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਵੀ ਜਿਹੜਾ ਆਪਾਂ ਸੈਲਫ ਇੰਡਕਸ਼ਨ ਪੜ੍ਹੀ ਸੀ ਨਾ ਉਹ ਇਹ ਸੀ ਵੀ ਕੋਇਲ ਹੈ ਇੱਕ ਸਿੰਗਲ ਸੈਲਫ ਦੀ ਗੱਲ ਕਰ ਰਹੇ ਹਾਂ ਤਾਂ ਕਿ ਰਿਪੀਟ ਹੋ ਜਾਏ ਤੁਹਾਡਾ ਇਹ 'ਚੋਂ ਆਪਾਂ ਕਰੰਟ ਪਾਸ ਕਰਤਾ ਇਹ 'ਚ ਕੀ ਹੋ ਗਿਆ ਫਲਕਸ ਪ੍ਰੋਡਿਊਸ ਹੋ ਗਿਆ ਜਿੰਨਾ ਵੀ ਉਹ ਫਲਕਸ ਜਿਹੜਾ ਪ੍ਰੋਡਿਊਸ ਹੋਇਆ ਇਹਦੇ ਅੰਦਰ ਉਹਦੇ ਕਾਰਨ ਇਸੇ ਅੰਦਰ ਹੀ ਦੁਬਾਰਾ ਕੀ ਪ੍ਰੋਡਿਊਸ ਹੋ ਜੇ ਉਸੇ ਫਲਕਸ ਦੇ ਕਾਰਨ EMF ਤਾਂ ਉਹਨੂੰ ਕੀ ਬੋਲੋਗੇ ਤੁਸੀਂ ਸੈਲਫ ਇੰਡਕਸ਼ਨ ਨਾ ਕਿ ਇਹਨੂੰ ਇਹ 'ਚ ਦੋ ਕੋਇਲ ਆ ਗਏ ਨਾ ਮਿਊਚੁਅਲ ਦਾ ਮੀਨਿੰਗ ਕੀ ਹੁੰਦਾ ਆਪਾਂ ਕਹਿੰਦੇ ਕਿ ਆਪਸੀ ਆਪਸ ਦੇ ਵਿੱਚ ਤਾਂ ਆਪਾਂ ਕੀ ਕਰ ਸਕਦੇ ਹਾਂ ਸੈਲਫ ਹੋ ਗਿਆ ਆਪਣੇ ਆਪ 'ਚ ਸੈਲਫ ਤਾਂ ਫਿਰ ਤੁਸੀਂ ਆਪਣੇ ਆਪ 'ਚ ਆਪ ਆ ਗਏ ਜੇ ਆਪਾਂ ਆਪਸੀ ਕਹਿੰਦੇ ਵੀ ਆਪਸੀ ਗੱਲਬਾਤ ਕਰ ਰਹੇ ਨੇ ਤਾਂ ਉੱਥੇ ਦੋ ਪਰਸਨ ਹੀ ਹੋਣਗੇ ਤਾਂ ਇੱਥੇ ਕੋਇਲਾਂ ਵੀ ਤੁਹਾਡੇ ਕੋਲ ਜਿਹੜੀਆਂ ਮਿਊਚੁਅਲ ਦੇ ਵਿੱਚ ਕੀ ਹੋਣਗੀਆਂ ਡਬਲ ਹੀ ਹੋਣਗੀਆਂ ਇੱਕ ਪ੍ਰਾਇਮਰੀ ਤੇ ਇੱਕ ਸਾਡੇ ਕੋਲੇ ਸੈਕੰਡਰੀ ਤਾਂ ਦੋ ਕੋਇਲਾਂ ਹੋਣ ਕਰਕੇ ਇੱਥੇ ਤੁਹਾਡੇ ਕੋਲੇ ਜਿਹੜੀ ਹੁਣ ਕਲੀਅਰ ਹੈ ਵੀ ਸਾਰਿਆਂ ਨੂੰ ਅੱਜ ਵਾਲੇ ਪਾਰਟ 'ਚੋਂ ਕੀ ਡਾਊਟ ਹੈ ਤਾਂ ਮੈਨੂੰ ਦੱਸੋ ਮੈਂ ਉਹਨੂੰ ਰਿਪੀਟ ਕਰਾਂ 1-2 ਮਿੰਟ ਹੋਰ ਲੈ ਲੈਣੇ ਤੁਹਾਡੇ ਜੇ ਕੋਈ ਡਾਊਟ ਹੈ ਤਾਂ ਮੈਂ ਇੱਥੋਂ ਕਲੀਅਰ ਕਰ ਸਕਦਾ ਠੀਕ ਹੈ ਵੀ ਜਸਪ੍ਰੀਤ ਕੋਈ ਡਾਊਟ ਨਹੀਂ ਹੈ क्या ਓਕੇ ਲੇਕਿਨ ਨਾ ਕੁਐਸਚਨ ਥੋੜੇ ਪੁੱਛਿਆ ਕਰੋ ਵਿੱਚੋਂ ਜਿਵੇਂ ਮੈਂ ਟੌਪਿਕ ਕਰਵਾ ਰਹੇ ਹਾਂ ਤਾਂ ਕੁਛ ਨਾ ਤੁਸੀਂ ਲਾਸਟ ਤੇ ਡਿਸਕਸ਼ਨ ਦੇ ਲਈ ਤੁਸੀਂ ਉਹਦੇ ਵਿੱਚੋਂ ਕੋਈ ਕੁਐਸਚਨ ਦੇਖੋ ਓਕੇ ਹਰਮਨ ਕੋਈ ਡਾਊਟ ਵੀ ਪੁੱਛ ਸਕਦੇ ਹੋ ਜੇ ਹੈਗਾ ਤੁਹਾਡਾ ਕੋਈ ਮੈਂ ਰਿਪੀਟ ਕਰ ਦਿੰਦਾ ਕੁਝ ਜੇ ਕੋਈ ਲੱਗਦਾ ਸਾਨੂੰ ठीक है भी बाकी अपने लैसन ਜਿਹੜਾ ਤੁਹਾਡਾ ਹੈਗਾ ਸੀਗਾ ਏਸੀ ਵਾਲਾ ਇਹ ਖਤਮ ਹੈ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਤੁਹਾਡਾ ਰਿਵਾਈਜ਼ ਵਾਲਾ ਪਾਰਟ ਰਹਿ ਜਾਂਦਾ ਜਾਂ ਫਿਰ ਵੀ ਤੁਹਾਡਾ ਜਿਹੜਾ CBS ਦੀ ਫਸਟ ਟਰਮ ਦੇ ਵਿੱਚ ਤੁਹਾਨੂੰ ਮਿਲਣੇ ਨੇ ਫਸਟ 4 ਏਸੀ ਕਰੰਟ ਤੱਕ ਉਹ ਕੰਪਲੀਟ ਆ